ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਸੁਖਦੀਪ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਹੀ ਕਿਤਾਬਾਂ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਰਾਮ ਸਰੂਪ ਅਣਖੀ ਦੁਆਰਾ ਲਿਖਿਆ ਹੋਇਆ ਨਾਵਲ ਕਣਕਾਂ ਦੇ ਕਤਲਾਮ ਦਾ ਭਾਗ 8ਵਾਂ, ਅਧਿਆਇ 13। ਪਤਾ ਲੱਗੇ ਤੋਂ ਮੱਖਣ ਫੌਜੀ ਦੇ ਦਾਹ ਸੰਸਕਾਰ ਵਾਲੇ ਦਿਨ ਜੋਗੇ ਵਾਲੇ ਵੀ ਆਏ ਸਨ। ਮਿਹਰ, ਕਿਹਰ ਅਤੇ ਜਰਨੈਲ 3 ਭਾਈ ਸਨ। ਉਸ ਦਿਨ ਵੱਡਾ ਭਾਈ ਮਿਹਰ ਹੀ ਸਿਰਫ ਆਇਆ ਸੀ। ਹਰਚੰਦ ਨੂੰ ਬੁੱਕਲ ਵਿੱਚ ਲੈ ਕੇ ਅਫਸੋਸ ਕੀਤਾ ਅਤੇ ਫੇਰ ਉਹਦਾ ਧੀਰਜ ਬਣਾਉਣ ਲੱਗਿਆ। ਹਰਚੰਦ ਸਿਰਫ ਰੋ ਰਿਹਾ ਸੀ। ਵਿਆਹ ਵਿੱਚ ਚਾਹੇ ਕੁੱਲ 27 ਦਿਨ ਬਾਕੀ ਸਨ, ਪਰ ਮਿਹਰ ਨੇ ਵਿਆਹ ਦੀ ਕੋਈ ਗੱਲ ਨਹੀਂ ਕੀਤੀ। ਅਜਿਹੇ ਸਮੇਂ ਵਿਆਹ ਦੀ ਗੱਲ ਕੀਤੀ ਵੀ ਨਹੀਂ ਜਾ ਸਕਦੀ ਸੀ। ਉਹ ਆਖ ਰਿਹਾ ਸੀ, ਕੋਈ ਗੱਲ ਨਹੀਂ ਹਰਚੰਦ ਭਾਈ, ਇਹ ਤਾਂ ਭਾਣਾ ਡਿੱਗਿਆ ਕੋਈ ਤੁਹਾਡੇ ਘਰ ਤੇ। ਕੀ ਕਹਿ ਸਕਦੇ ਆ, ਹੁਣ ਹਾਰ ਨਾ ਮੰਨ। ਬੰਦਾ ਮੁੜ ਕੇ ਤਾਂ ਆਉਂਦਾ ਨਹੀਂ ਹੁੰਦਾ। ਤੂੰ ਧੀਰਜ ਰੱਖ, ਰੱਬ ਭਲੀ ਕਰੂਗਾ। ਸਭ ਰੰਗ ਭਾਗ ਲੱਗ ਜਾਣਗੇ, ਸਭ ਰੰਗ ਭਾਗ ਲੱਗ ਜਾਣਗੇ। ਇਹ ਆਖਰੀ ਸ਼ਬਦ ਹਰਚੰਦ ਲਈ ਬੜਾ ਸਹਾਰਾ ਸਨ। ਉਹਦੇ ਮਨ ਦਾ ਡਰ ਸੌਂ ਗਿਆ ਲੱਗਦਾ, ਪਰ ਡਰ ਤਾਂ ਫੇਰ ਜਾਗ ਪੈਂਦਾ ਸੀ, ਜਿਵੇਂ ਸਰੀਰ ਦੀ ਕਿਸੇ ਡੂੰਘੀ ਸੱਟ ਦਾ ਦਰਦ ਕਦੇ ਮਿਟ ਜਾਂਦਾ ਹੋਵੇ ਅਤੇ ਫਿਰ ਤਿੱਖੀ ਚੀਸ ਬਣ ਕੇ ਉੱਠਦਾ ਹੋਵੇ। ਚਾਹੇ ਰਿਸ਼ਤੇਦਾਰ ਅਤੇ ਪਿੰਡ ਦੇ ਹਮਦਰਦ ਬੰਦੇ ਉਹਦਾ ਬਹੁਤ ਦੁੱਖ ਵੰਡਾ ਰਹੇ ਸਨ, ਉਹਨੂੰ ਤਰ੍ਹਾਂ ਤਰ੍ਹਾਂ ਦੇ ਸ਼ਾਬਦਿਕ ਸਹਾਰੇ ਦੇ ਰਹੇ ਸਨ, ਉਹਦੇ ਦੁੱਖ ਨੂੰ ਇੱਕ ਤਰ੍ਹਾਂ ਨਾਲ ਘੱਟ ਕਰਨ ਦੀ ਕੋਸ਼ਿਸ਼ ਕਰਦੇ, ਪਰ ਜੋਗੇ ਵਾਲੇ ਮਿਹਰ ਸਿੰਘ ਦੇ ਸ਼ਬਦ ਹੀ ਉਹਦੇ ਲਈ ਸੰਜੀਵਨੀ ਬੂਟੀ ਲੱਗਦੇ। ਉਹਦੇ ਅਗਲੇ ਸਮੇਂ ਦੀਆਂ ਜੜ੍ਹਾਂ ਉਹਨਾਂ ਸ਼ਬਦਾਂ ਵਿੱਚ ਹੀ ਲੱਗੀਆਂ ਹੋਈਆਂ ਉਹਨੂੰ ਦਿਸਦੀਆਂ। ਸਭ ਰੰਗ ਭਾਗ ਲੱਗ ਜਾਣਗੇ। ਭੋਗ ਵਾਲੇ ਦਿਨ ਵੀ ਮਿਹਰ ਸਿੰਘ ਇਕੱਲਾ ਹੀ ਸੀ, ਪਰ ਇਸ ਵਾਰ ਉਹਦੀ ਘਰਵਾਲੀ ਨਾਲ ਸੀ। ਕਿਹਰ ਅਤੇ ਜਰਨੈਲ ਵਾਲੀਆਂ ਆਉਣ ਨੂੰ ਆਖ ਰਹੀਆਂ ਸਨ, ਸਗੋਂ ਜਿੱਦ ਫੜੀ ਬੈਠੀਆਂ ਸਨ ਜਿਵੇਂ ਇਹ ਕੋਈ ਚਾਅ ਵਾਲੀ ਗੱਲ ਹੋਵੇ, ਪਰ ਵੱਡੀ ਨੇ ਉਹਨਾਂ ਨੂੰ ਰੋਕ ਦਿੱਤਾ। ਆਖਿਆ ਸੀ, ਕੱਚੇ ਨਾਤੇ ਇਕੱਠ ਬੰਨ੍ਹ ਕੇ ਜਾਣ ਦਾ ਕੋਈ ਰਾਹ ਨਹੀਂ ਬਣਦਾ ਆਪਣਾ। ਨਾਲੇ ਅਜੇ ਕੀ ਪਤਾ ਭਾਈ ਰੱਬ ਦੇ ਘਰ ਦਾ। ਭੋਗ ਪੈਣ ਤੋਂ ਪਹਿਲਾਂ ਸੱਥਰ ਉੱਤੇ ਬੈਠੇ ਪਿੰਡ ਦੇ ਬੰਦੇ ਹਰਚੰਦ ਦੀਆਂ ਗੱਲਾਂ ਕਰ ਰਹੇ ਸਨ। ਉਹਨਾਂ ਨੂੰ ਪਤਾ ਨਹੀਂ ਹੋਵੇਗਾ ਕਿ ਉਹਨਾਂ ਵਿੱਚ ਜੋਗੇ ਤੋਂ ਆਇਆ ਬੰਦਾ ਮਿਹਰ ਸਿੰਘ ਕੌਣ ਹੈ, ਮੱਖਣ ਫੌਜੀ ਦੇ ਘਰ ਨਾਲ ਉਹਦੀ ਕੀ ਸਕੀਰੀ ਹੈ। ਪਿੰਡ ਦੇ ਬੰਦਿਆਂ ਤੋਂ ਬਿਨਾਂ ਸੱਥਰ ਉੱਤੇ ਉਹਨਾਂ ਦੇ ਰਿਸ਼ਤੇਦਾਰ ਵੀ ਸਨ। ਰਿਸ਼ਤੇਦਾਰਾਂ ਵਿੱਚੋਂ ਕੋਈ ਕਿਸੇ ਨੂੰ ਜਾਣਦਾ ਸੀ, ਕੋਈ ਨਹੀਂ। ਹਰਚੰਦ ਦੀ ਮਾੜੀ ਕਿਸਮਤ ਉੱਤੇ ਹਰ ਕੋਈ ਝੂਰਦਾ। ਆਖ ਰਹੇ ਸਨ, ਪਹਿਲਾਂ ਮਾਂ ਮੁੱਕ ਗਈ, ਫੇਰ ਹੁਣ ਫੌਜੀ ਨਹੀਂ ਰਿਹਾ, ਰਹਿ ਗਿਆ ਵਿਚਾਰਾ ਕੱਲੀ ਢੀਂਗ। ਕੱਲੇ ਕਹਿਰੇ ਬੰਦੇ ਨੂੰ ਔਖਾ ਬਹੁਤ ਹੈ ਕਬੀਲਦਾਰੀ ਦੀ ਗੱਡੀ ਖਿੱਚਣਾ। ਕੁਦਰਤ ਅੱਗੇ ਕਿਸੇ ਦਾ ਕੀ ਜ਼ੋਰ ਹੈ ਭਾਈ। ਫੌਜੀ ਦਾ ਹੁਣ ਕੀ ਪਤਾ ਸੀ ਬਈ ਆ ਭਾਣਾ ਵਰਤ ਜੂ। ਜਿਉਂਦਾ ਰਹਿੰਦਾ ਤਾਂ ਸਾਰਾ ਕਿਊਟ ਕੇ ਲੈ ਜਾਂਦਾ। ਹਾਂ, ਮੁੰਡੇ ਨੂੰ ਵਿਆਹ ਲੈਂਦਾ, ਬਗਾਨੀ ਧੀ ਘਰ ਆ ਜਾਂਦੀ, ਕਬੀਲਦਾਰੀ ਉੱਡੋਂ ਕੈੜ ਉੱਠ ਖੜਦੀ। ਹਰਚੰਦ ਜਾਣੋ ਮੰਗਿਆ ਤਾਂ ਹੋਇਆ ਕਿਤੇ। ਗੱਲ ਕਰਨ ਵਾਲੇ ਨੂੰ ਹਵਾ ਸਮਾਨ ਪਤਾ ਸੀ। ਹੋਰ ਜੋਗੇ ਤੋਂ ਹੋਇਆ ਸਾਕ। ਇਹ ਤਾਂ ਕਈ ਸਾਲ ਹੋ ਗਏ ਨੇ ਇਹਨਾਂ ਗੱਲਾਂ ਨੂੰ। ਫੇਰ ਤਾਂ ਚੰਗਾ ਭਾਈ, ਵਿਆਹ ਵੀ ਹੋ ਜੂਗਾ ਕਦੇ। ਵਿਆਹ ਧਰਿਆ ਹੋਇਆ। ਮੈਂ ਕਹਿੰਦਾ ਮਹੀਨਾ 20 ਦਿਨ ਹੀ ਰਹਿ ਗਏ ਵਿਆਹ 'ਚ ਤਾਂ। ਪਰ ਭਾਈ ਕੀ ਪਤਾ ਹੁਣ, ਆਥਣ ਨੂੰ ਕੁਛ ਤੜਕੇ ਨੂੰ ਕੁਛ। ਇਹ ਕਿਵੇਂ? ਸਾਗ ਤਾਂ 7 ਕਿੱਲਿਆਂ ਨੂੰ ਹੋਇਆ ਸੀ, ਉਹ ਤਾਂ ਗਏ ਪੈ ਗਏ ਫੈਕਟਰੀ ਦੇ ਢਿੱਡ ਵਿੱਚ। ਓਏ ਭਾਈ, ਲੱਖਾਂ ਦੇ ਹਿਸਾਬ ਲਾ ਲਓ ਕਿੰਨੇ ਦੀ ਬਣੀ। ਉਹ ਤਾਂ ਅੱਜ ਲੈ ਆਵੇ ਚਾਹੇ ਹਰਚੰਦ। ਮੁੰਡੇ ਦੀ ਕੀਮਤ 7 ਕਿੱਲੇ ਲਾ ਲੈ, ਚਾਹੇ ਲੱਖਾਂ ਦੀ ਲਾ ਲੈ। ਇਹ ਤਾਂ ਠੀਕ ਹੈ, ਪਰ ਪੈਸਾ ਜੇ ਮਿਲੂ ਤਾਂ ਹੀ ਨਾ। ਉਹ ਤਾਂ ਖੱਟੇ 'ਚ ਪੈਂਦੀ ਦਿੰਦੀ ਹੈ ਗੱਲ। ਮੁਲਖੀਏ ਦਾ ਜ਼ੋਰ ਹੈ ਭਾਈ ਅੱਜ ਦੀ ਘੜੀ। ਪਹਿਲਾਂ ਜ਼ਮੀਨ ਦੱਬ ਲਈ, ਫਿਰ ਪੈਸੇ ਵੀ ਮੁੱਕਰ ਸਕਦਾ। ਜਿਹੜੀ ਕਿਸਾਨ ਯੂਨੀਅਨ ਹੈ ਇਹ ਚੈੱਕ ਨਹੀਂ ਲੈਣ ਦਿੰਦੀ ਹੁਣ ਆਪਾਂ ਨੂੰ, ਕਹਿੰਦੀ ਹੈ ਸੰਘਰਸ਼ ਕਰਾਂਗੇ। ਓਏ ਇਹ ਫੈਕਟਰੀ ਕਾਹਦੀ ਲੱਗੀ ਹੈ? ਇਹਦਾ ਕਲੰਕ ਹੈ ਪਿੰਡ ਦੇ ਮੱਥੇ ਤੇ। ਇਹ ਫੈਕਟਰੀ ਨਹੀਂ, ਕਾਲਾ ਨਾਗ ਹੈ। ਇੱਕ ਦਿਨ ਸਾਰੇ ਪਿੰਡ ਨੂੰ ਖਾ ਜੂਏ। ਦੇਖ ਲਿਓ, ਤੁਹਾਡੇ ਸਾਹਮਣੇ ਹੈ। ਮਿਹਰ ਸਿੰਘ ਸਭ ਦੀਆਂ ਸੁਣੀ ਜਾ ਰਿਹਾ ਸੀ। ਲੋਕ ਠੀਕ ਆਖ ਰਹੇ ਸਨ। ਉਹਨਾਂ ਦੀ ਹਰ ਗੱਲ ਉਹਦੇ ਮੱਥੇ ਵਿੱਚ ਕਿੱਲ ਵਾਂਗ ਠੁੱਕ ਜਾਂਦੀ। ਗੱਲਾਂ ਸੁਣ ਸੁਣ ਉਹਦਾ ਚਿੱਤ ਭੈੜਾ ਪੈ ਗਿਆ, ਜਿਵੇਂ ਭੈਣ ਦਾ ਸਾਕ ਦੇ ਕੇ ਉਹਨਾਂ ਨੇ ਕੋਈ ਵੱਡੀ ਭੁੱਲ ਕੀਤੀ ਹੋਵੇ। 7 ਕਿੱਲੇ ਤਾਂ ਰਹੇ ਨਹੀਂ, ਹੁਣ ਪੈਸਿਆਂ ਵਾਲੀ ਗੱਲ ਵੀ ਖੂਹ ਵਿੱਚ ਇੱਟ ਸੀ। ਮਿਲਣ ਤਾਂ ਮਿਲਣ, ਨਾ ਮਿਲਣ ਨਾ ਮਿਲਣ। ਕੀ ਪਤਾ ਕਦੋਂ ਮਿਲਣਗੇ। ਉਨਾ ਚਿਰ ਇਹ ਘਰ ਤਾਂ ਉਜਾੜ ਬੀਆਬਾਨ ਹੀ ਹੈ। ਪੈਸੇ ਮਿਲੇ ਖੇ ਖਰਾਬ ਵੀ ਹੋ ਸਕਦੇ ਹਨ,
ਕੀ ਪਤਾ ਅਗਾਂਹ ਜ਼ਮੀਨ ਦਾ ਕਿਧਰੇ ਕੋਈ ਜੁਗਾੜ ਹੋ ਸਕੇਗਾ ਕਿ ਨਹੀਂ। ਖਬਰੇ ਕਿੱਥੇ ਜਾ ਕੇ ਬੈਠੇਗਾ ਇਹ ਮੁੰਡਾ। ਕੁੜੀ ਵਿਆਹ ਦਿੱਤੀ, ਕਿੱਥੇ ਕਿੱਥੇ ਖੱਜਲ ਖੁਆਰ ਹੁੰਦੀ ਫਿਰੇਗੀ। ਮਿਹਰ ਸਿੰਘ ਦਾ ਜੀ ਕਾਲਾ ਪੈਣ ਲੱਗਿਆ। ਉਹਦਾ ਦਿਲ ਕਰਦਾ ਸੀ ਛੇਤੀ ਭੋਗ ਪਵੇ ਤੇ ਉਹ ਆਪਣੇ ਪਿੰਡ ਨੂੰ ਤੁਰੇ, ਘਰ ਜਾ ਕੇ ਆਪਣੇ ਛੋਟੇ ਭਰਾਵਾਂ ਨਾਲ ਸਲਾਹ ਮਸ਼ਵਰਾ ਕਰੇ। ਉੱਧਰ ਬੁੜੀਆਂ ਵਿੱਚ ਬੈਠੀ ਮਿਹਰ ਸਿੰਘ ਦੀ ਘਰ ਵਾਲੀ ਅਮਰਜੀਤ ਨੇ ਵੀ ਇਹੀ ਗੱਲਾਂ ਸੁਣੀਆਂ। ਔਰਤਾਂ ਤਾਂ ਆਪਸ ਵਿੱਚ ਦੀ ਫੱਟ ਖੁੱਲ੍ਹ ਜਾਂਦੀਆਂ ਹਨ। ਸੱਥਰ ਉੱਤੇ ਬੈਠੀਆਂ ਸਭ ਔਰਤਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹ ਜੋਗੇ ਵਾਲੀ ਕੁੜੀ ਦੀ ਵੱਡੀ ਭਰਜਾਈ ਹੈ। ਇੱਕ ਬੁੜੀ ਉੱਠ ਕੇ ਉਹਦੇ ਕੋਲ ਆਈ ਅਤੇ ਭੇਤ ਛੇਤ ਜਿਹਾ ਲੈਣ ਲੱਗੀ। ਤੁਹਾਡੀ ਕੁੜੀ ਤਾਂ ਥੋੜ੍ਹਾ ਘਣਾ ਪੜ੍ਹੀ ਵੀ ਹੋਊ। ਹਾਂ ਜੀ, 8 ਜਮਾਤਾਂ ਕਰਕੇ ਹਟ ਗਈ ਸੀ। ਅਮਰਜੀਤ ਨੇ ਬਣਾ ਸਵਾਰ ਕੇ ਸੰਕੋਚਵਾ ਜਿਹਾ ਜਵਾਬ ਦਿੱਤਾ। ਹੁਣ ਕੀ ਕਰਦੀ ਹੁੰਦੀ ਹੈ? ਘਰੇ ਹੀ ਹੁੰਦੀ ਹੈ। ਹਾਂ ਜੀ, ਹੋਰ ਕੀ ਕਰਨਾ ਸੀ ਉਹਨੇ? ਅਸੀਂ ਕਿਹੜਾ ਨੌਕਰੀਆਂ ਕਰਾਉਣੀਆਂ ਨੇ ਵਿਚਾਰੀ ਤੋਂ। ਚੱਲ ਚੰਗਾ ਧੀਏ, ਕਬੀਲਦਾਰਾਂ ਦੀਆਂ ਧੀਆਂ ਤਾਂ ਘਰੇ ਹੀ ਸੋਭਦੀਆਂ ਨੇ। ਘਰ ਦੇ ਕੰਮਾਂ ਦੀ ਸਹੁੰ ਚਾਹੀਦੀ ਹੈ ਧੀ ਪੁੱਤ ਨੂੰ। ਵਿੱਚੇ ਆ ਗਿਆ ਸਭ ਕੁਝ, ਹੋਰ ਕੀ ਚਾਹੀਦਾ ਹੁੰਦਾ ਹੈ। ਸਭ ਕੋਲ 4 ਸਿਆੜ ਹੋਣ, ਉਹਨਾਂ ਨੇ ਕੀ ਲੈਣਾ ਹੁੰਦਾ ਕੁੜੀਆਂ ਤੋਂ ਨੌਕਰੀਆਂ ਕਰਾ ਕੇ। ਜ਼ਮੀਨ ਤਾਂ ਇੱਥੇ ਬਥੇਰੀ ਸੀ ਇਹਨਾਂ ਕੋਲ, ਪਰ ਫੈਕਟਰੀ 'ਚ ਆ ਗਈ। ਹੁਣ ਕੀ ਆਖ ਸਕਦੇ ਹਾਂ ਭਾਈ। ਇੱਕ ਹੋਰ ਬੁੜੀ ਨੇ ਅਮਰਜੀਤ ਨੂੰ ਜਿਵੇਂ ਸੁਣਾ ਕੇ ਆਖਿਆ ਹੋਵੇ, 7 ਕਿੱਲੇ ਸੀ ਝੋਟੇ ਦੇ ਸਿਰ ਅਰਗੀ। ਤੀਜੀ ਬੁੜੀ ਦਾ ਹੌਂਕਾ, ਕਿਉਂ ਜੀ ਕੀ ਹੋ ਗਿਆ 7 ਕਿੱਲਿਆਂ ਨੂੰ? ਗੱਲ ਜਿਵੇਂ ਅਮਰਜੀਤ ਦੀ ਸਮਝ ਵਿੱਚ ਨਾ ਆਈ ਹੋਵੇ। ਇਹ ਤਾਂ ਰੋਣਾ ਹੈ ਧੀਏ। ਇਹ ਪੁੱਛ ਬਈ ਕੀ ਨਹੀਂ ਹੋਇਆ। ਆ ਜਿਹੜੀ ਫੈਕਟਰੀ ਹੈ ਨਾ ਸਾਡੇ ਪਿੰਡ ਨਾਲ ਲੱਗਦੀ ਕੱਸੀਓਂ ਪਾਰ, ਇਹਨਾਂ ਦਾ ਬੇੜਾ ਗਰਕ ਹੋ ਗਿਆ ਢਹਿ ਜਾਣਿਆਂ ਦਾ। ਫੈਕਟਰੀ ਨੇ ਰੋਕ ਲੀਆਂ ਸਾਡੇ ਪਿੰਡ ਦੀਆਂ ਜ਼ਮੀਨਾਂ ਤਾਂ। ਲੋਕ ਨਾ ਜਿਉਂਦੇ ਨਾ ਮਰਦੇ। ਬੁਰਾ ਹਾਲ ਹੋ ਗਿਆ ਭਾਈ ਧੀਏ ਸਾਡੇ ਪਿੰਡ ਦਾ ਤਾਂ। ਇਹਨਾਂ ਦੀ ਮੱਖਣ ਸਿਉਂ ਦੀ ਇਹੀ 7 ਕਿੱਲੇ ਸੀ ਵਿਚਾਰਿਆਂ ਦੀ। ਪਟ-ਪਟ ਮਿੱਟੀ ਸਾਰੇ ਖੇਤ ਇੱਕੋ ਬਣਾਤੇ। ਇਹਨਾਂ ਦੀ 7 ਕਿੱਲੇ ਪਤਾ ਵੀ ਨਹੀਂ ਲੱਗਦੀ ਕਿੱਥੇ ਸੀ ਕਿੱਧਰ ਗਈ। ਇਹ ਤਾਂ ਵਿਚਾਰੇ ਜਮਾ ਪੱਟੇ ਠੱਡੇ ਗਏ। ਹੋਰ ਇਹਨਾਂ ਕੋਲ ਹੈ ਨਹੀਂ ਇੱਕ ਓਰਾ ਵੀ। ਬੋਲਣ ਵਾਲੀ ਬੁੜੀ ਨੇ ਅਮਰਜੀਤ ਦਾ ਹੱਥ ਫੜ ਕੇ ਸਾਰੀ ਗੱਲ ਸਮਝਾਈ। ਅਮਰਜੀਤ ਦੀਆਂ ਅੱਖਾਂ ਵਿੱਚ ਜਿਵੇਂ ਲਾਲੀ ਭੋਰਾ ਵੀ ਨਾ ਰਹੀ ਹੋਵੇ। ਉਹ ਚਿੱਟੇ ਚਿੱਟੇ ਡੇਲਿਆਂ ਨਾਲ ਡੌਰ ਭੌਰ ਹੋ ਕੇ ਬੁੜੀ ਦੇ ਮੂੰਹ ਵੱਲ ਝਾਕਦੀ ਰਹੀ। ਭੋਗ ਤੋਂ ਬਾਅਦ ਬੱਸ ਵਿੱਚ ਪਿੰਡ ਨੂੰ ਜਾ ਰਹੇ ਔਰਤ ਮਰਦ ਦੋਵੇਂ ਚੁੱਪ ਸਨ। ਜਾਣੀ ਜਾਣ ਮਿਹਰ ਵੀ ਸੀ ਅਤੇ ਜਾਣੀ ਜਾਣ ਅਮਰਜੀਤ ਵੀ। ਉਹਨਾਂ ਦੀ ਸਲਾਹ ਸੀ ਕਿ ਉਹ ਭੋਗ ਤੋਂ ਬਾਅਦ ਜੀਵਾ ਸਿੰਘ ਦੇ ਘਰ ਵੀ ਜਾਣਗੇ, ਪਰ ਨਹੀਂ ਗਏ। ਇਹ ਮਰਿਆਦਾ ਨਹੀਂ ਸੀ ਕਿ ਮਰਗ ਵਾਲੇ ਘਰੋਂ ਫੇਰ ਕਿਸੇ ਬੱਸ ਦੇ ਰਸ ਦੇ ਘਰ ਜਾਇਆ ਜਾਵੇ। ਜੀਵਾ ਸਿੰਘ ਮਿਹਰ ਨੂੰ ਉੱਥੇ ਸੱਥਰ ਉੱਤੇ ਬੈਠਾ ਹੀ ਮਿਲ ਗਿਆ ਸੀ। ਬਸ ਐਵੇਂ ਰਸਮੀ ਜਿਹਾ ਮਿਲਿਆ ਸੀ। ਉਹ ਆਇਆ ਵੀ ਤਾਂ ਉਦੋਂ ਸੀ ਜਦੋਂ ਮਿਹਰ ਨੇ ਸੱਥਰ ਉੱਤੇ ਬੈਠਿਆਂ ਦੇ ਲੋਕਾਂ ਤੋਂ ਗੱਲਾਂ ਸੁਣ ਲਈਆਂ। ਉਹ ਜੀਵਾ ਸਿੰਘ ਨੂੰ ਪਰਾਂ ਕਿਤੇ ਲਿਜਾ ਕੇ ਗੱਲ ਕਰਨਾ ਚਾਹੁੰਦਾ ਸੀ, ਪਰ ਉਹਨੇ ਇਹ ਵੀ ਜਾਇਜ਼ ਨਹੀਂ ਸਮਝਿਆ। ਸੋਚਿਆ ਸੀ ਕਿ ਉਹ ਜੀਵਾ ਸਿੰਘ ਨੂੰ ਜੋਗੇ ਬੁਲਾ ਕੇ ਘਰ ਬੈਠ ਕੇ ਪਰਦੇ ਨਾਲ ਸਾਰੀ ਗੱਲ ਕਰਨਗੇ। ਇਹ ਕਾਹਲ ਵਿੱਚ ਕਰਨ ਵਾਲੀ ਗੱਲ ਨਹੀਂ ਹੈ ਤੇ ਨਾਲੇ ਗੱਲ ਕਰਨ ਦਾ ਇਹ ਮੌਕਾ ਵੀ ਨਹੀਂ। ਮਿਹਰ ਸਿੰਘ ਤੇ ਅਮਰਜੀਤ ਜਦੋਂ ਜੋਗੇ ਆਪਣੇ ਘਰ ਪਹੁੰਚੇ ਤਾਂ ਦੋਵਾਂ ਦੇ ਹੀ ਚਿਹਰੇ ਉਤਰੇ ਹੋਏ ਸਨ। ਛੋਟੀਆਂ ਦੋਵੇਂ ਪਹਿਲਾਂ ਤਾਂ ਉਹਨਾਂ ਨੂੰ ਦੇਖ ਕੇ ਮੁਸਕਰਾਈਆਂ, ਪਰ ਫਿਰ ਉਹਨਾਂ ਨੇ ਵੀ ਆਪਣੇ ਮੂੰਹ ਮੀਚ ਲਏ। ਤੇ ਫਿਰ ਚਾਹ ਪਾਣੀ ਪੀਣ ਤੋਂ ਬਾਅਦ ਜਰਨੈਲ ਦੀ ਬਹੂ ਨੇ ਅਮਰਜੀਤ ਵੱਲ ਮੂੰਹ ਹਿਲਾਇਆ। ਜਾ ਏ ਭੈਣੇ। ਹਾਂ, ਬਥੇਰਾ ਜਾ ਏ, ਅਮਰਜੀਤ ਨੇ ਅੱਕਿਆ ਥੱਕਿਆ ਜਵਾਬ ਦਿੱਤਾ। ਜਰਨੈਲ ਦੀ ਬਹੂ ਪਹਿਲੇ ਬੋਲ ਨਾਲ ਹੀ ਚੁੱਪ ਹੋ ਗਈ ਅਤੇ ਪਰਾਂ ਜਾ ਕੇ ਬੈਠ ਗਈ। ਉਹਨੂੰ ਲੱਗਿਆ ਸੀ ਕਿ ਝੁੱਗੀਆਂ ਜਾ ਕੇ ਕੋਈ ਮਾੜੀ ਗੱਲ ਜ਼ਰੂਰ ਹੋਈ ਹੈ। ਅਮਰਜੀਤ ਦਾ ਖਰਬਾ ਬੋਲ ਸੁਣ ਕੇ ਕੇਰ ਦੀ ਬਹੂ ਨਹੀਂ ਬੋਲੀ, ਬਸ ਜਠਾਣੀ ਦੇ ਮੂੰਹ ਵੱਲ ਝਾਕਦੀ ਰਹੀ। ਆਥਣੇ ਖਾਊ ਪੀਊ ਵੇਲੇ ਜਰਨੈਲ ਨੇ ਗੱਲ ਛੇੜੀ। ਕਿਉਂ ਬਾਈ, ਉਹਨਾਂ ਦੀ ਜ਼ਮੀਨ ਕਹਿੰਦੇ ਫੈਕਟਰੀ 'ਚ ਆ ਗਈ। ਉੱਥੇ ਤੇਰੀ ਗੱਲ ਛਿੜੀ ਹੋਣੀ ਹੈ ਕਿਸੇ ਨਾਲ। ਕੀ ਗੱਲ ਹੈ? ਗੱਲ ਛਿੜੀ ਛੱਡ, ਉੱਥੇ ਤਾਂ ਪੂਰਾ ਝੱਜੂ ਪਿਆ ਹੋਇਆ ਇਸ ਗੱਲ ਦਾ। ਮੈਂ ਸਾਰਿਆਂ ਸੁਣਿਆ ਹੁਣ, ਜਿਵੇਂ ਸਾਲੇ ਉਹ ਮੈਨੂੰ ਹੀ ਸੁਣਾ ਰਹੇ ਹੋਣ। ਮੇਰੇ ਤਾਂ ਉਹਨਾਂ ਦੀ ਕੱਲੀ ਕੱਲੀ ਗੱਲ ਹੱਡ ਤੇ ਜਾ ਵੱਜੀ। ਮਿਹਰ ਨੇ ਉੱਚਾ ਬੋਲ ਕੇ ਸਾਰੇ ਟੱਬਰ ਨੂੰ ਸੁਣਾਇਆ। ਮੈਨੂੰ ਵੀ ਬੁੜੀਆਂ ਐਂ ਹੀ ਸੁਣਾਉਂਦੀਆਂ ਸੀ। ਅਮਰਜੀਤ ਨੇ ਮਿਹਰ ਦੀ ਗੱਲ ਵਿੱਚ ਰਲਾਈ। ਜ਼ਮੀਨ ਤਾਂ ਫਿਰ ਹੈ ਨਹੀਂ ਮੁੰਡੇ ਕੋਲ। ਕਿਵੇਂ ਸੋਚਿਆ ਤੂੰ ਤੇ ਭਾਬੀ ਨੇ ਬਾਈ? ਜਰਨੈਲ ਦਾ ਸਵਾਲ ਬੜਾ ਤਿੱਖਾ ਅਤੇ ਚਿੰਤਾਜਨਕ ਸੀ। ਦੇਖ ਲਓ ਕਿਵੇਂ ਕਰਨਾ, ਸਾਰਾ ਟੱਬਰ ਬੈਠੇ ਆ। ਇਸ ਵਕਤ ਮਿਹਰ ਦਾ ਮੱਥੇ ਉੱਤੇ ਹੱਥ ਸੀ ਅਤੇ ਬੋਲ ਨੀਵਾਂ ਸੀ। ਕਰਨਾ ਕੀ ਹੈ ਬਾਈ?
ਜਦੋਂ ਮੁੰਡੇ ਕੋਲ ਜ਼ਮੀਨ ਹੀ ਨਹੀਂ ਰਹੀ ਤਾਂ ਆਪਣੀ ਕੁੜੀ ਖਾਊਗੀ ਕਿੱਥੋਂ? ਗਾਹਾਂ ਤੁਸੀਂ ਵੱਡੇ ਬੈਠੇ ਹੋ, ਮੇਰਾ ਤਾਂ ਇੰਨਾ ਹੀ ਕਹਿਣਾ ਹੈ। ਜਰਨੈਲ ਡੱਕਾ ਤੋੜ ਕੇ ਉੱਠ ਖੜਾ ਹੋਇਆ। ਸਭ ਦਾ ਧਿਆਨ ਉਹਨਾਂ ਵੱਲ ਸੀ। ਉਹਨਾਂ ਦੀ ਗੱਲਬਾਤ ਸਭ ਨੇ ਸੁਣੀ ਸੀ। ਮੀਤੋ ਦੇਖਣ ਨੂੰ ਪਰਾਂ ਕਿਧਰੇ ਕੰਮ ਧੰਦਾ ਕਰਦੀ ਫਿਰਦੀ ਸੀ, ਪਰ ਉਹਦਾ ਕੰਨ ਇੱਧਰ ਸੀ। ਕੰਨ ਹੀ ਨਹੀਂ, ਉਹਦਾ ਸਮੁੱਚਾ ਵਜੂਦ ਇੱਧਰ ਸੀ। ਮਿਹਰ ਸਿੰਘ ਰਾਤ ਨੂੰ ਉਹਨਾਂ ਦੇ ਬਾਹਰਲੇ ਘਰ ਸੌਂਦਾ ਹੁੰਦਾ। ਬਾਹਰਲੇ ਘਰ ਡੰਗਰ ਪਸ਼ੂ ਵੱਝਦੇ ਅਤੇ ਉੱਥੇ ਖੇਤੀ ਦਾ ਕੁੱਲ ਸੰਦ ਸੰਦੌੜਾ ਪਿਆ ਰਹਿੰਦਾ। ਤੂੜੀ ਵਾਲਾ ਕੋਠਾ ਸੀ। ਮੀਤੋਂ ਅਮਰਜੀਤ ਕੋਲ ਪੈ ਜਾਂਦੀ। ਵੱਡੀ ਭਰਜਾਈ ਉਹਦੇ ਲਈ ਮਾਵਾਂ ਸਮਾਨ ਸੀ। ਉਸ ਰਾਤ ਜਦੋਂ ਉਹ ਖਾ ਪੀ ਕੇ ਪਈਆਂ ਤਾਂ ਗੱਲਾਂ ਕਰਨ ਲੱਗੀਆਂ। ਮੀਤੋ 2-4 ਇੱਧਰ ਉੱਧਰ ਦੀਆਂ ਮਾਰ ਕੇ ਪੁੱਛਣ ਲੱਗੀ, ਭਾਬੀ ਉਹ ਮੁੰਡਾ ਤੈਨੂੰ ਆਪ ਮਿਲਿਆ ਸੀ? ਕਿਹਾ ਜਾ ਲੱਗਿਆ ਤੈਨੂੰ? ਉਹ ਤੁਰਦਾ ਫਿਰਦਾ ਤਾਂ ਜ਼ਰੂਰ ਦੇਖਿਆ ਮੈਂ ਉਹਨੂੰ, ਪਰ ਗੱਲ ਨਹੀਂ ਕੋਈ ਹੋਈ। ਮੈਨੂੰ ਵਿਚਾਰਾ ਉਹ ਕੀ ਜਾਣਦਾ ਸੀ। ਭਾਬੀ ਉਹ ਦੇਖਣ ਨੂੰ ਕਿਵੇਂ ਸੀ ਉਹ? ਮੀਤੋਂ ਆਪਣੇ ਮੰਜੇ ਉੱਤੇ ਢਿੱਡ ਭਾਰ ਪਈ ਪੁੱਛ ਰਹੀ ਸੀ। ਲੰਮਾ ਲੰਜਾ ਹੈ ਭਾਈ, ਗੋਰਾ ਰੰਗ। ਮੈਨੂੰ ਤਾਂ ਬਾਹਲਾ ਸੋਹਣਾ ਲੱਗਿਆ, ਸਾਊ ਵੀ ਪੂਰਾ ਲੱਗਿਆ ਮੈਨੂੰ ਤਾਂ। ਉਹ ਜਿਹਦੇ ਨਾਲ ਗੱਲ ਕਰਦਾ ਦੇਖਿਆ ਮੈਂ, ਮਠਾਰ ਮਠਾਰ ਗੱਲ ਕਰਦਾ ਸੀ। ਅਮਰਜੀਤ ਨੇ ਸਵਾਇਕੀ ਜਿਹੇ ਸ਼ਬਦਾਂ ਵਿੱਚ ਦੱਸਿਆ। ਭਰਜਾਈ ਦੀਆਂ ਗੱਲਾਂ ਸੁਣ ਕੇ ਮੀਤੋ ਬੁੱਲ੍ਹਾਂ ਉੱਤੇ ਜੀਭ ਫੇਰਨ ਲੱਗੀ। ਫੇਰ ਬੋਲੀ, ਭਾਬੀ ਨੀ, ਇੱਕ ਗੱਲ ਕਹਾਂ ਤੈਨੂੰ? ਆਖ ਭਾਈ। ਮੈਂ ਤਾਂ ਆਪਣੀ ਕਿਸਮਤ ਭੋਗਣੀ ਹੈ। ਜ਼ਮੀਨਾਂ 'ਚ ਕੀ ਪਿਆ? ਉਹ ਵਿਹਲਾ ਤਾਂ ਨਹੀਂ ਰਹਿੰਦਾ, ਅਸੀਂ ਕੋਈ ਹੋਰ ਧੰਦਾ ਕਰ ਲਵਾਂਗੇ। ਜ਼ਮੀਨ ਧਿਰ ਹੁੰਦੀ ਹੈ ਜੱਟ ਦੀ ਭਾਈ। ਜਿਹਦੇ ਕੋਲ ਜ਼ਮੀਨ ਨਾ ਹੋਵੇ ਉਹ ਜੱਟ ਕਾਹਦਾ? ਜੱਟਾਂ ਤੋਂ ਦੂਜੇ ਕੰਮ ਨਹੀਂ ਹੁੰਦੇ। ਭਾਬੀ ਮਰਜ਼ੀ ਹੈ ਤੁਹਾਡੀ, ਮੈਂ ਤਾਂ ਆਪਦੇ ਦਿਲ ਦੀ ਆਖਤੀ ਤੇਰੇ ਕੋਲ। ਤੂੰ ਮਾਂ ਹੈ ਮੇਰੀ ਗੱਲ ਢਿੱਡ 'ਚ ਰੱਖੀ ਭਾਬੀ, ਉਹਨਾਂ ਨੂੰ ਨਾ ਦੱਸੀ। ਐਵੇਂ ਮੇਰੀਆਂ ਗੱਲਾਂ ਬਣਾਉਂਦੀਆਂ ਫਿਰਨਗੀਆਂ, ਆਖਣਗੀਆਂ ਐਨੀ ਕੀ ਅੱਗ ਲੱਗੀ ਹੈ ਇਹਨੂੰ ਐਡੀ ਛੇਤੀ। ਚੰਗਾ ਸਹੁੰ ਜਾ ਮੀਤੋ, ਆਪਾਂ ਜਿਹੜਾ ਸੋਚਦੀਆਂ ਇਹ ਬੰਦੇ ਨਹੀਂ ਸੋਚਦੇ ਹੁੰਦੇ। ਦੇਖੋ ਕੀ ਫੈਸਲਾ ਕਰਦੇ ਨੇ ਭਾਈ ਬੈਠ ਕੇ। ਅਮਰਜੀਤ ਨੇ ਉਬਾਸੀ ਲਈ। ਸ਼ਾਇਦ ਉਹਨੂੰ ਨੀਂਦ ਆ ਰਹੀ ਹੋਵੇਗੀ। ਮੀਤੋਂ ਖਾਸਾ ਚਿਰ ਮਾਗਰੋਂ ਸੁੱਤੀ। ਅਧਿਆਏ 14। ਮਾਨਸਾ ਦਾ ਕਾਲਜ ਅਕਾਲਗੜ੍ਹ ਦੇਵੀਖਾਨਾ ਰੋਡ ਉੱਤੇ ਹੀ ਪੈਂਦਾ ਸੀ ਅਤੇ ਜੋਗਾ ਪਿੰਡ ਤੋਂ 15 ਮੀਲ ਦੂਰ ਸੀ। ਬੱਸਾਂ ਆਮ ਚੱਲਦੀਆਂ ਸਨ। ਜੋਗੇ ਦੇ ਮੁੰਡੇ ਕੁੜੀਆਂ ਬੱਸਾਂ 'ਤੇ ਹੀ ਕਾਲਜ ਜਾਂਦੇ। ਚਾਹੇ ਕਾਲਜ ਦੀ ਬਿਲਡਿੰਗ ਸ਼ਹਿਰ ਤੋਂ ਖਾਸਾ ਉਰਾ ਸੀ। ਕਾਲਜ ਦੇ ਗੇਟ ਸਾਹਮਣੇ ਹੀ ਬੱਸਾਂ ਰੁਕਦੀਆਂ, ਪਰ ਸਾਰੀਆਂ ਬੱਸਾਂ ਰੁਕਦੀਆਂ ਨਹੀਂ ਸਨ। ਲੰਮੇ ਰੂਟ ਦੀਆਂ ਬੱਸਾਂ ਤਾਂ ਬਿਲਕੁਲ ਹੀ ਨਹੀਂ ਰੁਕਦੀਆਂ ਸਨ। ਲੋਕਲ ਬੱਸਾਂ ਹੀ ਰੁਕਦੀਆਂ, ਜੋ ਆਮ ਤੌਰ ਉੱਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਸਨ। ਕਦੇ ਉਹਨਾਂ ਵਿੱਚੋਂ ਵੀ ਕੋਈ ਬੱਸ ਨਾ ਰੁਕਦੀ ਤਾਂ ਡਰਾਈਵਰ ਕੰਡਕਟਰ ਨਾਲ ਮੁੰਡਿਆਂ ਦਾ ਝਗੜਾ ਹੋ ਜਾਂਦਾ। ਕਦੇ ਮਾਰ ਕੁਟਾਈ ਤੱਕ ਵੀ ਨੌਬਤ ਪਹੁੰਚ ਜਾਂਦੀ ਅਤੇ ਇੱਟਾਂ ਰੋੜੇ ਚੱਲ ਜਾਂਦੇ। ਸਵੇਰੇ ਸਵਾਰੀਆਂ ਦਾ ਭੀੜ ਭੜੱਕਾ ਵੀ ਬਹੁਤ ਹੁੰਦਾ। ਬੈਠਣ ਨੂੰ ਤਾਂ ਥਾਂ ਕੀ, ਖੜਨ ਨੂੰ ਥਾਂ ਨਾ ਮਿਲਦੀ। ਖੜੇ ਬੈਠੇ ਲੋਕ ਕੂਣੀਓਂ ਕੂਣੀ ਵੀ ਹੋ ਜਾਂਦੇ। ਜਿਨ੍ਹਾਂ ਘਰਾਂ ਵਿੱਚ ਸਕੂਟਰ ਮੋਟਰਸਾਈਕਲ ਸਨ, ਕਦੇ ਉਹ ਮੁੰਡੇ ਸਕੂਟਰ ਮੋਟਰਸਾਈਕਲ ਲੈ ਕੇ ਕਾਲਜ ਨੂੰ ਚੱਲ ਪੈਂਦੇ। ਮਾਂ-ਬਾਪ ਉਹਨਾਂ ਨੂੰ ਅਜਿਹਾ ਕਰਨ ਤੋਂ ਹਮੇਸ਼ਾ ਰੋਕਦੇ, ਕਿਉਂਕਿ ਇੱਕ ਤਾਂ ਮੁੰਡੇ ਸਕੂਟਰ ਮੋਟਰਸਾਈਕਲ ਚਲਾਉਂਦੇ ਬਹੁਤ ਤੇਜ਼, ਜਿਵੇਂ ਉਹਨਾਂ ਨੂੰ ਆਪਣੀ ਜਾਨ ਦੀ ਭੋਰਾ ਵੀ ਪਰਵਾਹ ਨਾ ਹੋਵੇ। ਦੂਜੇ ਉਹਨਾਂ ਦੇ ਦੋਸਤ ਮੁੰਡੇ ਉਹਨਾਂ ਤੋਂ ਸਕੂਟਰ ਮੋਟਰਸਾਈਕਲ ਫੜ ਕੇ ਐਵੇਂ ਹੀ ਇੱਧਰ ਉੱਧਰ ਗੇੜੇ ਮਾਰਨ ਲੱਗ ਜਾਂਦੇ। ਤੇਲ ਫੁਕਦਾ ਸੀ ਅਤੇ ਮਸ਼ੀਨਰੀ ਦਾ ਅੱਡ ਨੁਕਸਾਨ। ਮਿਹਰ ਸਿੰਘ ਦਾ ਵੱਡਾ ਮੁੰਡਾ ਬੜਾ ਅਲੱਥ ਸੀ। ਉਹਨਾਂ ਕੋਲ ਹੀਰੋ ਹਾਂਡਾ ਮੋਟਰਸਾਈਕਲ ਸੀ। ਇਹ ਹੀਰੋ ਹਾਂਡਾ ਮਨਿੰਦਰ ਨੇ ਬਹੁਤ ਜਿੱਦ ਕਰਕੇ ਅਤੇ ਘਰ ਵਿੱਚ ਕਜੀਆ ਕਲੇਸ਼ ਖੜਾ ਕਰਕੇ ਲਿਆ ਸੀ, ਜਦੋਂ ਕਿ ਉਹਨਾਂ ਦੀ ਕਬੀਲਦਾਰੀ ਵਿੱਚ ਮੋਟਰਸਾਈਕਲ ਲੈਣ ਦੀ ਪਰੋਖੋਂ ਬਿਲਕੁਲ ਹੀ ਨਹੀਂ ਸੀ। ਹੀਰੋ ਹਾਂਡਾ ਤਾਂ ਤਕੜੇ ਘਰਾਂ ਦੇ ਮੁੰਡਿਆਂ ਕੋਲ ਸੀ, ਜਿਨ੍ਹਾਂ ਦੇ ਪਿਓਾਂ ਕੋਲ ਇਕੱਲੀ ਦਾ ਪੈਸਾ ਸੀ। ਮਿਹਰ ਸਿੰਘ ਦਾ ਘਰ ਤਾਂ ਖੁਜਲੀ ਹੋਈ ਕਬੀਲਦਾਰੀ ਵਾਲਾ ਘਰ ਸੀ। ਫਿਰ ਸਾਂਝਾ ਚੁੱਲ੍ਹਾ ਸੀ। ਤਿੰਨੇ ਭਰਾਵਾਂ ਦੇ ਟੱਬਰ ਦੀ ਇੱਕੋ ਚੁੱਲ੍ਹੇ ਉੱਤੇ ਰੋਟੀ ਪੱਕਦੀ। ਮਨਿੰਦਰ ਦੀ ਭੂਆ ਦੇ ਹੱਥ ਹਾਲੇ ਤੱਕ ਪੀਲੇ ਨਹੀਂ ਹੋਏ ਸਨ, ਜਦੋਂ ਕਿ ਉਹ 24-25 ਵਰ੍ਹਿਆਂ ਦੀ ਹੋ ਚੁੱਕੀ ਸੀ। ਮਨਿੰਦਰ ਤਾਂ ਭੂਆ ਤੋਂ ਕਿੰਨਾ ਛੋਟਾ ਸੀ। ਧੀਆਂ ਦਾ ਲਾਡ ਕਿਧਰੇ ਨਹੀਂ ਸੀ। ਨਵੇਂ ਮੁੰਡਿਆਂ ਦੀ ਹਿੰਡ ਪੂਰੀ ਹੋਣ ਲੱਗੀ। ਪਿੰਡ ਦੇ 4 ਨੌਜਵਾਨ ਮੁੰਡੇ ਇਹਨਾਂ ਸਕੂਟਰ ਮੋਟਰਸਾਈਕਲਾਂ ਕਰਕੇ ਜਾਨ ਗਵਾ ਬੈਠੇ ਸਨ।
ਜੈਲਦਾਰਾਂ ਦੇ ਗੁਰਦੇਵ ਦਾ ਮੁੰਡਾ ਐਵੇਂ ਜਿਵੇਂ ਪਿੰਡ ਤੋਂ ਮਾਨਸਾ ਨੂੰ ਹੀਰੋ ਹਾਂਡੇ ਤੇ ਜਾ ਰਿਹਾ ਸੀ। ਉਹ ਬੇਹਤਾਸ਼ਾ ਚਲਾਉਂਦਾ ਭਜਾਉਂਦਾ ਹੁੰਦਾ ਜਿਵੇਂ ਕੋਈ ਜੰਗ ਜਿੱਤਣੀ ਹੋਵੇ, ਤੇ ਫਿਰ ਅੱਗਿਓਂ ਆ ਰਹੀ ਸਵਾਰੀ ਤੋਂ ਭੋਰਾ ਵੀ ਨਹੀਂ ਵੱਟਦਾ ਸੀ ਜਿਵੇਂ ਸੜਕ ਉਹਦੇ ਪਿਓ ਦੀ ਹੋਵੇ। ਰੱਲੇ ਵਾਲੀ ਨਹਿਰ ਦਾ ਪੁਲ ਲੰਘ ਕੇ ਜਦੋਂ ਉਹ ਜੋਗੀ ਪੀਰਾਂ ਵਾਲੇ ਗੇਟ ਦੇ ਮੋੜ ਉੱਤੇ ਗਿਆ ਤਾਂ ਮੂਹਰੇ ਆਉਂਦੀ ਇੱਕ ਜੀਪ ਵਿੱਚ ਸਿੱਧਾ ਹੀ ਵੱਜਿਆ। ਜੀਪ ਵਾਲਿਆਂ ਨੇ ਤਾਂ ਬਥੇਰਾ ਉਹਦਾ ਬਚਾਓ ਕੀਤਾ ਸੀ, ਪਰ ਉਹ ਚੰਦਰਾ ਇੰਚ ਵੀ ਪਰਾਂ ਨਹੀਂ ਸੀ ਹੋਇਆ। ਸੜਕ ਉੱਤੇ ਵੱਜ ਕੇ ਉਹਦਾ ਮੱਥਾ ਪਾਟ ਗਿਆ। ਸਾਰੇ ਅੰਗ ਪੈਰ ਲਹੂ ਲੁਹਾਨ ਹੋ ਗਏ। ਬਚਿਆ ਹੀਰੋ ਹਾਂਡੇ ਦਾ ਵੀ ਕੱਖ ਨਹੀਂ। ਖਖੜੀ ਹੋ ਕੇ ਸਾਰੀ ਮਸ਼ੀਨਰੀ ਖਤਾਨਾਂ ਵਿੱਚ ਜਾ ਡਿੱਗੀ। ਉਹਦੀ ਤਾਂ ਲਾਸ਼ ਹੀ ਘਰ ਪਹੁੰਚੀ। ਬਸ ਇਸੇ ਗੱਲ ਤੋਂ ਡਰਦਾ ਸੀ ਮਿਹਰ ਸਿੰਘ, ਪਰ ਕੀ ਕਰਦਾ। ਉਹ ਮਨਿੰਦਰ ਦੀ ਜਿੱਦ ਨੂੰ ਉਹ ਗੱਲਾਂ ਸੁਣਦਾ ਰਹਿੰਦਾ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਈ ਮੁੰਡੇ ਇਸ ਕਰਕੇ ਸਪਰੇਅ ਵੀ ਪੀ ਗਏ ਸਨ, ਕਿਉਂਕਿ ਉਹਨਾਂ ਨੂੰ ਹੀਰੋ ਹਾਂਡਾ ਨਹੀਂ ਲੈ ਕੇ ਦਿੱਤਾ ਗਿਆ ਸੀ। ਕੀ ਕਰਦੇ ਮਾਂ ਪਿਓ ਵੀ ਬਿਜਲੀ ਮੀਡੀਆ ਦੇ ਪ੍ਰਚਾਰ ਨੇ ਹਵਾ ਨੂੰ ਅਜਿਹਾ ਮੋੜ ਦਿੱਤਾ ਕਿ ਨੌਜਵਾਨ ਮੁੰਡੇ ਹੀਰੋ ਹਾਂਡਾ ਉੱਤੇ ਚੜ੍ਹੇ ਚੜ੍ਹਾਏ ਪਹਾੜ ਦੀ ਬੁਲੰਦੀ ਨੂੰ ਛਾਲ ਮਾਰ ਕੇ ਪਾਰ ਕਰਨਾ ਚਾਹੁੰਦੇ। ਸਮੁੰਦਰ ਦੀ ਗਹਿਰਾਈ ਉਹਨਾਂ ਸਾਹਮਣੇ ਕੁਝ ਵੀ ਨਹੀਂ ਸੀ। ਨੱਕੋ ਨੱਕ ਭਰੇ ਬਾਜ਼ਾਰਾਂ ਦੀ ਭੀੜ ਉਹਨਾਂ ਨੂੰ ਦਿਸਦੀ ਨਹੀਂ ਸੀ। ਸਧਾਰਨ ਘਰਾਂ ਦੇ ਜੱਟਾਂ ਦਾ ਮੁੰਡਾ BA ਪਾਸ ਕਰਦਾ ਅਤੇ ਮਾਰਿਆ ਜਾਂਦਾ। ਕੋਈ ਸਰਕਾਰੀ ਨੌਕਰੀ ਉਹਨੂੰ ਮਿਲਦੀ ਨਹੀਂ ਸੀ। ਖੇਤੀ ਦੇ ਕੰਮ ਵਿੱਚ ਉਹ ਪੈਣਾ ਨਹੀਂ ਚਾਹੁੰਦਾ ਸੀ ਤਾਂ ਆਪਣੇ ਥੱਲੇ ਹੀਰੋ ਹਾਂਡਾ ਚਾਹੁੰਦਾ। ਪੈਗ ਲਾ ਕੇ ਅਤੇ ਸ਼ਹਿਰੋਂ ਵਿਗੜਿਆਂ ਮੁੰਡਿਆਂ ਨਾਲ ਹੋਟਲ ਦੀ ਰੋਟੀ ਖਾ ਕੇ ਅੱਧੀ ਰਾਤ ਘਰ ਪਹੁੰਚਦਾ। ਹੀਰੋ ਹਾਂਡਾ ਦੀ ਆਵਾਜ਼ ਗੁਆਂਢੀਆਂ ਨੂੰ ਲੰਮੀਆਂ ਰੇਸਾਂ ਦੇ ਕੇ ਸੁਣਾਈ ਜਾਂਦੀ। ਮਾਂ ਉੱਕ ਵਾਂਗ ਮੰਜੇ ਉੱਤੇ ਬੈਠੀ ਪੁੱਤ ਨੂੰ ਉਡੀਕਦੀ। ਮੁੰਡਾ ਸੁੱਖ ਸਾਂਦ ਨਾਲ ਘਰ ਆ ਬੜੇ, ਚਾਹੇ ਕਿਸੇ ਵੀ ਹਾਲਤ ਵਿੱਚ ਹੋਵੇ। ਉਸ ਦਿਨ ਸਵੇਰ ਦਾ ਵੇਲਾ ਸੀ। ਹਵਾ ਵਿੱਚ ਮਾਮੂਲੀ ਠੰਡ ਸੀ। ਸੜਕ ਉੱਤੇ ਹਾਲੇ ਆਵਾਜਾਈ ਕੋਈ ਖਾਸ ਵਧੀ ਨਹੀਂ ਸੀ। ਮਨਿੰਦਰ ਦਾ ਹੀਰੋ ਹਾਂਡਾ ਪਾਣੀ ਉੱਤੇ ਸੱਪ ਵਾਂਗ ਤੈਰਦਾ ਜਾਂਦਾ ਸੀ, ਜਿਵੇਂ ਆਕਾਸ਼ ਉੱਤੇ ਦੂਰ ਉੱਚੀ ਬੇਆਵਾਜ਼ ਹਵਾਈ ਜਹਾਜ਼ ਦੀ ਲੀਕ ਚਿੱਟੀ ਜਿਹੀ ਰੰਗ ਦੀ ਆਕਾਰ ਧਾਰਦੀ ਮਨੁੱਖੀ ਅੱਖਾਂ ਦੇ ਨਾਲ ਤੇਜ਼ ਭੱਜਦੀ ਹੋਵੇ। ਦੇਖਣ ਵਾਲਿਆਂ ਨੂੰ ਉਹਦਾ ਹੀਰੋ ਹਾਂਡਾ ਉਹ ਗਿਆ ਲੱਗਦਾ। ਬਸ ਇਹੀ ਉਹ ਦਿਖਾਉਣਾ ਚਾਹੁੰਦਾ, ਇਹੀ ਉਹ ਦੇਖਣਾ ਚਾਹੁੰਦਾ। ਜਾਂਦੇ ਬਾਈ ਮਿਹਰ ਸਿੰਘ ਦਾ ਮੁੰਡਾ। ਤਾਮਕੋਟ ਦੇ ਅੱਡੇ ਉੱਤੇ ਖਿਆਲੇ ਵੱਲੋਂ ਆਉਂਦਾ ਇੱਕ ਖਾਲੀ ਟਰੱਕ ਰੁਕਿਆ। ਟਰੱਕ ਨੇ ਸੱਜੇ ਖੱਬੇ ਦੇਖਿਆ ਹੋਵੇਗਾ ਅਤੇ ਫੇਰ ਤੁਰ ਪਿਆ। ਮਨਿੰਦਰ ਲਈ ਜਿਵੇਂ ਇਹ ਟਰੱਕ ਥਾਈਂ ਖੜਾ ਹੋਵੇ। ਉਹਨੇ ਹਵਾ ਦੇ ਬੁੱਲੇ ਵਾਂਗ ਟਰੱਕ ਦੇ ਅੱਗੋਂ ਦੀ ਲੰਘ ਜਾਣਾ ਚਾਹਿਆ, ਪਰ ਹੀਰੋ ਹਾਂਡਾ ਤਾਂ ਟਰੱਕ ਦੀ ਨੁੱਕਰ ਨਾਲ ਵੱਜ ਕੇ ਭੰਬੀਰੀ ਵਾਂਗ ਘੁੰਮ ਗਿਆ। ਨਾਲ ਦੀ ਨਾਲ ਮਨਿੰਦਰ ਦਾ ਦਿਮਾਗ ਭੰਬੀਰੀ ਵਾਂਗ ਘੁੰਮ ਗਿਆ ਹੋਵੇਗਾ। ਟੱਕਰ ਵੱਜੀ ਤੋਂ ਬੰਦੇ ਦਾ ਦਿਮਾਗ ਅਕਸਰ ਹੀ ਘੁਮੇਰੀ ਖਾ ਜਾਂਦਾ ਹੈ। ਮਨਿੰਦਰ ਦੇ ਸਿਰ ਵਿੱਚ ਖਤਰਨਾਕ ਸੱਟ ਲੱਗੀ ਸੀ। ਟਰੱਕ ਵਾਲੇ ਕੋਈ ਭਲੇ ਮਾਨਸ ਬੰਦੇ ਸਨ। ਮਨਿੰਦਰ ਦੇ ਦੱਸੇ ਤੋਂ ਉਹ ਜੋਗੇ ਵਾਲੇ ਮਿਹਰ ਸਿੰਘ ਨੂੰ ਜਾਣਦੇ ਵੀ ਸਨ। ਸਣੇ ਹੀਰੋ ਹਾਂਡਾ ਉਹ ਮਨਿੰਦਰ ਨੂੰ ਟਰੱਕ ਵਿੱਚ ਪਾ ਕੇ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ। ਮਾਨਸਾ ਤੋਂ ਉਹਨਾਂ ਨੇ ਮਿਹਰ ਸਿੰਘ ਨੂੰ ਫੋਨ ਕਰ ਦਿੱਤਾ ਸੀ। ਮਨਿੰਦਰ ਨੂੰ ਗਲੂਕੋਜ਼ ਚੜ੍ਹਾ ਦਿੱਤਾ ਗਿਆ। ਟੀਕੇ ਲੱਗੀ ਗਏ। ਸਿਰ ਦਾ ਐਕਸਰੇ ਕੁਝ ਖਾਸ ਨਹੀਂ ਦੱਸਦਾ ਸੀ। ਮਿਹਰ ਸਿੰਘ 3 ਦਿਨਾਂ ਬਾਅਦ ਮੁੰਡੇ ਨੂੰ ਲੁਧਿਆਣੇ ਲਿਜਾਣਾ ਚਾਹੁੰਦਾ ਸੀ, ਪਰ ਡਾਕਟਰਾਂ ਨੇ ਜਾਣ ਨਹੀਂ ਦਿੱਤਾ। ਆਖ ਰਹੇ ਸਨ ਐਡੀ ਗੱਲ ਨਹੀਂ, ਇੱਥੇ ਹੀ ਠੀਕ ਹੋ ਜਾਣਾ ਇਹਨੇ, ਪਹਿਲਾਂ ਨਾਲੋਂ ਕਾਫੀ ਓਕੇ ਹੈ। ਉਹਨੂੰ ਪਿੰਡ ਲੈ ਆਏ। ਡਾਕਟਰਾਂ ਨੇ ਹੀ ਛੁੱਟੀ ਦੇ ਦਿੱਤੀ ਸੀ। ਦੇਖਣ ਨੂੰ ਤਾਂ ਠੀਕ ਠਾਕ ਲੱਗਦਾ ਸੀ, ਪਰ ਉਹ ਗੁੰਮ-ਸੁੰਮ ਜਿਹਾ ਰਹਿੰਦਾ। ਆਖੀ ਗੱਲ ਭੁੱਲ ਜਾਂਦਾ। ਉਹਨੂੰ ਪਿੰਡ ਦੇ ਬੰਦਿਆਂ ਦੇ ਨਾਂ ਯਾਦ ਨਹੀਂ ਰਹੇ ਸਨ। ਅਖੀਰ 4 ਕੁ ਦਿਨਾਂ ਬਾਅਦ ਹੀ ਮਿਹਰ ਸਿੰਘ ਨੇ ਮਨਿੰਦਰ ਨੂੰ ਕਾਰ ਵਿੱਚ ਬਿਠਾਇਆ ਅਤੇ ਉਹਨੂੰ ਲੁਧਿਆਣੇ ਲੈ ਆਏ ਦਿਆਨੰਦ ਹਸਪਤਾਲ ਵਿੱਚ।